ਤੁਹਾਡੇ ਕੋਲ ਵੀ ਈ-ਸ਼੍ਰਮ ਕਾਰਡ ਬਣਿਆ ਹੋਇਆ ਹੈ ਤੇ ਤੁਸੀਂ ਸੋਚ ਰਹੇ ਹੋ ਕਿ ਇਹ ਸਿਰਫ ਇੱਕ ਸਾਧਾਰਨ ਕਾਰਡ ਹੈ, ਤਾਂ ਅੱਜ ਦੀ ਇਹ ਖਬਰ ਹੁਣ ਸੁਣ ਕੇ ਤੁਹਾਡੀ ਸੋਚ ਬਦਲ ਸਕਦੀ ਹੈ, ਕਿਉਂਕਿ ਹੁਣ ਇਹ ਕਾਰਡ ਸਿੱਧਾ ਤੁਹਾਡੀ ਪਛਾਣ, ਤੁਹਾਡੇ ਪੈਸੇ ਤੇ ਤੁਹਾਡੇ ਭਵਿੱਖ ਦੀਆਂ ਸਹੂਲਤਾਂ ਨਾਲ ਜੁੜਦਾ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸੋਨੀਆ ਤੇ ਤੁਸੀਂ ਦੇਖ ਰਹੇ ਹੋ ਬੈਠਕ ਪੰਜਾਬ। ਅੱਜ ਕੱਲ ਕਰਦੇ ਹਾਂ ਈ-ਸ਼੍ਰਮ ਕਾਰਡ ਨਾਲ ਜੁੜੀ ਇੱਕ ਬਹੁਤ ਹੀ ਅਹਿਮ ਖਬਰ ਦੀ, ਜੋ ਖਾਸ ਕਰਕੇ ਪੰਜਾਬ ਦੇ ਲੋਕਾਂ ਲਈ ਜਾਣਨੀ ਬਹੁਤ ਜ਼ਰੂਰੀ ਹੈ। ਈ-ਸ਼੍ਰਮ ਕਾਰਡ ਵਾਲੇ ਲੋਕਾਂ ਲਈ ਇੱਕ ਵੱਡੀ ਖਬਰ ਆਈ ਹੈ। ਹੁਣ ਇਹ ਕਾਰਡ ਆਧਾਰ ਕਾਰਡ, ਬੈਂਕ ਅਕਾਊਂਟ ਤੇ ਮੋਬਾਈਲ ਨੰਬਰ ਨਾਲ ਜੁੜਿਆ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਇਹ ਗੱਲ ਲਗਾਤਾਰ ਸਾਹਮਣੇ ਆ ਰਹੀ ਹੈ ਕਿ ਸਰਕਾਰ ਹੁਣ ਸਾਰੇ ਮਜ਼ਦੂਰਾਂ ਦੇ ਰਿਕਾਰਡਾਂ ਨੂੰ ਇੱਕ ਦੂਜੇ ਨਾਲ ਜੋੜਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਹੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਵੀ ਸਰਕਾਰੀ ਯੋਜਨਾ ਸਿੱਧੀ ਯੋਗ ਲਾਭਪਾਤਰੀ ਤੱਕ ਪਹੁੰਚ ਸਕੇ, ਬਿਨਾਂ ਕਿਸੇ ਵਿਚੋਲੇ ਜਾਂ ਲੰਬੀ ਪ੍ਰੋਸੈਸ ਦੇ। ਪਹਿਲੇ ਇਹ ਸਮਝਦੇ ਹਾਂ ਕਿ ਈ-ਸ਼੍ਰਮ ਕਾਰਡ ਅਸਲ ਵਿੱਚ ਹੈ ਕੀ। ਇਹ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਦਾ ਇੱਕ ਰਾਸ਼ਟਰੀ ਡੇਟਾਬੇਸ ਹੈ। ਇਸ ਵਿੱਚ ਦਿਹਾੜੀਦਾਰ ਮਜ਼ਦੂਰ, ਖੇਤੀਬਾੜੀ ਵਿੱਚ ਕੰਮ ਕਰਨ ਵਾਲੇ, ਰੇਹੜੀ ਫੜੀ ਲਾਉਣ ਵਾਲੇ, ਘਰੇਲੂ ਕੰਮ ਕਰਨ ਵਾਲੇ, ਮਿਸਤਰੀ, ਪਲੰਬਰ, ਇਲੈਕਟ੍ਰੀਸ਼ੀਅਨ ਅਤੇ ਕਈ ਹੋਰ ਵਰਗਾਂ ਦੇ ਲੋਕ ਰਜਿਸਟਰ ਹੋ ਸਕਦੇ ਹਨ। ਇੱਥੋਂ ਤੱਕ ਕਿ ਕਿਸਾਨ ਵੀ ਇਸ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੇ ਨੇ। ਇੱਥੇ ਇਹ ਵੀ ਗੱਲ ਸਮਝਣਾ ਜ਼ਰੂਰੀ ਹੈ ਕਿ ਹਰ ਕੋਈ ਈ-ਸ਼੍ਰਮ ਕਾਰਡ ਨਹੀਂ ਬਣਵਾ ਸਕਦਾ। ਇਸ ਲਈ ਕੁਝ ਸ਼ਰਤਾਂ ਤੈਅ ਕੀਤੀਆਂ ਗਈਆਂ ਨੇ। ਸਭ ਤੋਂ ਪਹਿਲਾਂ ਵਿਅਕਤੀ ਦੀ ਉਮਰ 16 ਤੋਂ 59 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਦੂਜਾ, ਇਹ ਵਿਅਕਤੀ ਅਸੰਗਠਿਤ ਖੇਤਰ ਵਿੱਚ ਕੰਮ ਕਰਦਾ ਹੋਵੇ, ਯਾਨੀ ਉਸ ਦੀ ਕੋਈ ਪੱਕੀ ਸਰਕਾਰੀ ਨੌਕਰੀ ਜਾਂ EPFO ਜਾਂ ESIC ਵਰਗੀਆਂ ਸਹੂਲਤਾਂ ਨਾ ਮਿਲਦੀਆਂ ਹੋਣ। ਤੀਜਾ, ਉਹ ਇਨਕਮ ਟੈਕਸ ਪੇਅਰ ਨਾ ਹੋਵੇ। ਜੇ ਇਹ ਤਿੰਨੋਂ ਸ਼ਰਤਾਂ ਪੂਰੀਆਂ ਹੁੰਦੀਆਂ ਨੇ ਤਾਂ ਕੋਈ ਵੀ ਵਿਅਕਤੀ ਆਸਾਨੀ ਨਾਲ ਇਸ ਲਈ ਯੋਗ ਮੰਨਿਆ ਜਾਂਦਾ ਹੈ। ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਈ-ਸ਼੍ਰਮ ਕਾਰਡ ਨਾਲ ਕੀ ਜੋੜਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਇਸ ਦੀ ਪਛਾਣ ਆਧਾਰ ਕਾਰਡ ਨਾਲ ਜੁੜੀ ਹੁੰਦੀ ਹੈ। ਇਸ ਤੋਂ ਬਾਅਦ ਬੈਂਕ ਅਕਾਊਂਟ ਤੇ ਮੋਬਾਈਲ ਨੰਬਰ ਦੀ ਜਾਣਕਾਰੀ ਨਾਲ ਵੀ ਮਿਲਾਨ ਕੀਤਾ ਜਾਂਦਾ ਹੈ। ਇਸ ਪੂਰੀ ਪ੍ਰਕਿਰਿਆ ਦਾ ਮਕਸਦ ਇਹ ਹੈ ਕਿ ਭਵਿੱਖ ਵਿੱਚ ਜਦੋਂ ਵੀ ਕੋਈ ਨਵੀਂ ਸਰਕਾਰੀ ਯੋਜਨਾ ਆਵੇ ਤਾਂ ਉਹ ਸਿੱਧੀ ਉਸ ਵਿਅਕਤੀ ਦੇ ਖਾਤੇ ਵਿੱਚ ਪਹੁੰਚ ਜਾਵੇ। ਹੁਣ ਪੰਜਾਬ ਦੇ ਲੋਕਾਂ ਲਈ ਇੱਕ ਧਿਆਨ ਦੇਣ ਵਾਲੀ ਗੱਲ ਹੈ। ਪੰਜਾਬ ਦੇ ਕਈ ਲੋਕਾਂ ਨੇ ਦੱਸਿਆ ਹੈ ਕਿ ਜਦੋਂ ਉਹ ਨਵਾਂ ਰਾਸ਼ਨ ਕਾਰਡ ਬਣਾਉਂਦੇ ਨੇ ਤਾਂ ਫਾਰਮ ਵਿੱਚ ਈ-ਸ਼੍ਰਮ ਕਾਰਡ ਦੀ ਜਾਣਕਾਰੀ ਵੀ ਮੰਗੀ ਜਾਂਦੀ ਹੈ। ਪਰ ਇੱਥੇ ਇੱਕ ਗੱਲ ਸਾਫ਼ ਕਰਨੀ ਬਹੁਤ ਜ਼ਰੂਰੀ ਹੈ। ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਰਾਸ਼ਨ ਕਾਰਡ ਲਈ ਈ-ਸ਼੍ਰਮ ਕਾਰਡ ਹੁਣ ਜ਼ਰੂਰੀ ਕਰ ਦਿੱਤਾ ਗਿਆ ਹੈ। ਬਸ ਇਹ ਦੱਸਦਾ ਹੈ ਕਿ ਸਰਕਾਰ ਸਾਰੇ ਰਿਕਾਰਡਸ ਨੂੰ ਆਪਸ ਵਿੱਚ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਵੱਡੇ ਲਾਭ ਦਿੱਤੇ ਜਾ ਸਕਣ। ਇਸੇ ਕਰਕੇ ਬਹੁਤ ਸਾਰੇ ਲੋਕ ਹੁਣ ਇਹ ਮੰਨ ਰਹੇ ਹਨ ਕਿ ਭਵਿੱਖ ਵਿੱਚ ਕੇਂਦਰ ਜਾਂ ਰਾਜ ਸਰਕਾਰ ਵੱਲੋਂ ਮਜ਼ਦੂਰਾਂ ਲਈ ਕੋਈ ਨਵੀਂ ਆਰਥਿਕ ਮਦਦ ਜਾਂ ਖਾਸ ਸਕੀਮ ਲਿਆਂਦੀ ਜਾਂਦੀ ਹੈ ਤਾਂ ਈ-ਸ਼੍ਰਮ ਕਾਰਡ ਡੇਟਾਬੇਸ ਦੀ ਵਰਤੋਂ ਹੋਰ ਵੱਧ ਸਕਦੀ ਹੈ। ਹਾਲਾਂਕਿ ਇਸ ਬਾਰੇ ਕਿਸੇ ਵੀ ਯੋਜਨਾ ਦੀ ਸਰਕਾਰ ਵੱਲੋਂ ਵੱਖਰੀ ਅਧਿਕਾਰਿਕ ਘੋਸ਼ਣਾ ਹਾਲੇ ਤੱਕ ਨਹੀਂ ਆਈ ਹੈ। ਇਸ ਗੱਲ ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਹੁਣ ਗੱਲ ਕਰਦੇ ਹਾਂ ਇਸ ਦੇ ਫਾਇਦਿਆਂ ਦੀ। ਪਹਿਲਾ ਫਾਇਦਾ ਇਹ ਹੈ ਕਿ ਤੁਹਾਡਾ ਨਾਮ ਕੇਂਦਰ ਸਰਕਾਰ ਦੇ ਅਸੰਗਠਿਤ ਮਜ਼ਦੂਰਾਂ ਦੇ ਰਾਸ਼ਟਰੀ ਡੇਟਾਬੇਸ ਵਿੱਚ ਦਰਜ ਹੋ ਸਕਦਾ ਹੈ, ਯਾਨੀ ਸਰਕਾਰ ਦੇ ਰਿਕਾਰਡ ਵਿੱਚ ਤੁਹਾਡੀ ਪਛਾਣ ਸਾਫ਼ ਹੋ ਜਾਂਦੀ ਹੈ। ਦੂਸਰਾ ਫਾਇਦਾ ਇਹ ਹੈ ਕਿ ਯੋਗਤਾ ਹੋਣ ਤੇ ਭਵਿੱਖ ਵਿੱਚ ਮਜ਼ਦੂਰਾਂ ਲਈ ਆਉਣ ਵਾਲੀ ਸਰਕਾਰੀ ਯੋਜਨਾਵਾਂ ਤੱਕ ਪਹੁੰਚਣਾ ਆਸਾਨ ਹੋ ਸਕਦਾ ਹੈ। ਤੀਜਾ, ਕਈ ਸਰਕਾਰੀ ਵਿਭਾਗ ਹੁਣ ਸਹੀ ਲਾਭਪਾਤਰੀਆਂ ਦੀ ਪਹਿਚਾਣ ਕਰਨ ਲਈ ਐਸੇ ਡੇਟਾਬੇਸ ਦੀ ਵਰਤੋਂ ਕਰ ਰਹੇ ਨੇ, ਜਿਸ ਨਾਲ ਗਲਤ ਲੋਕਾਂ ਤੱਕ ਲਾਭ ਪਹੁੰਚਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਅਤੇ ਅਸਲੀ ਹੱਕਦਾਰ ਮਜ਼ਦੂਰਾਂ ਨੂੰ ਸਮੇਂ ਸਿਰ ਲਾਭ ਮਿਲ ਸਕਦਾ ਹੈ। ਚੌਥਾ ਫਾਇਦਾ ਇਹ ਹੈ ਕਿ ਕੇਂਦਰ ਸਰਕਾਰ ਦੀਆਂ ਦੁਰਘਟਨਾ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਨਿਯਮਾਂ ਅਨੁਸਾਰ ਇੰਸ਼ੋਰੈਂਸ ਦਾ ਲਾਭ ਵੀ ਮਿਲ ਸਕਦਾ ਹੈ, ਯਾਨੀ ਜੇ ਕੋਈ ਐਕਸੀਡੈਂਟ ਹੋ ਜਾਵੇ ਤਾਂ ਰਜਿਸਟਰਡ ਮਜ਼ਦੂਰ ਨੂੰ ਇਸ ਸਕੀਮ ਦਾ ਫਾਇਦਾ ਮਿਲ ਸਕਦਾ ਹੈ। ਅਤੇ ਪੰਜਵਾਂ ਫਾਇਦਾ ਹੈ, ਜੇ ਭਵਿੱਖ ਵਿੱਚ ਮਜ਼ਦੂਰਾਂ ਲਈ ਕੋਈ ਨਵੀਂ ਯੋਜਨਾ, ਸਬਸਿਡੀ ਜਾਂ ਵਿੱਤੀ ਮਦਦ ਆਉਂਦੀ ਹੈ ਤਾਂ ਪਹਿਲਾਂ ਤੋਂ ਰਜਿਸਟਰਡ ਲੋਕਾਂ ਨੂੰ ਲਾਭ ਦੇਣਾ ਸਰਕਾਰ ਲਈ ਕਾਫੀ ਆਸਾਨ ਹੋ ਸਕਦਾ ਹੈ। ਜਿਨ੍ਹਾਂ ਦਾ ਕਾਰਡ ਪਹਿਲਾਂ ਤੋਂ ਬਣਿਆ ਹੋਇਆ ਹੈ ਉਹ 3000 ਰੁਪਏ ਵਾਲੀ ਸਕੀਮ ਦਾ ਵੀ ਲਾਭ ਲੈ ਸਕਦੇ ਨੇ। ਇਸ ਲਈ ਆਪਣਾ ਮੋਬਾਈਲ ਨੰਬਰ, ਆਧਾਰ ਤੇ ਬੈਂਕ ਡਿਟੇਲਸ ਹਮੇਸ਼ਾ ਅਪਡੇਟ ਰੱਖੋ, ਕਿਉਂਕਿ ਜੇ ਇਹ ਜਾਣਕਾਰੀ ਪੁਰਾਣੀ ਹੋਵੇ ਜਾਂ ਗਲਤ ਹੋਵੇ ਤਾਂ ਪੈਸੇ ਮਿਲਣ ਵਿੱਚ ਦਿੱਕਤ ਆ ਸਕਦੀ ਹੈ।
ਬਹੁਤ ਸਾਰੇ ਲੋਕਾਂ ਦੇ ਕਾਰਡ ਤਾਂ ਬਣੇ ਹੁੰਦੇ ਨੇ, ਪਰ ਉਹਨਾਂ ਦਾ ਮੋਬਾਈਲ ਨੰਬਰ ਬਦਲ ਜਾਂਦਾ ਹੈ ਜਾਂ ਬੈਂਕ ਅਕਾਊਂਟ ਦੀ ਜਾਣਕਾਰੀ ਪੁਰਾਣੀ ਹੋ ਜਾਂਦੀ ਹੈ। ਅਜਿਹੇ ਹਾਲਾਤ ਵਿੱਚ ਭਾਵੇਂ ਉਹ ਯੋਗ ਹੋਣ, ਫਿਰ ਵੀ ਉਹਨਾਂ ਤੱਕ ਸਹੀ ਸਮੇਂ ਤੇ ਲਾਭ ਨਹੀਂ ਪਹੁੰਚ ਪਾਉਂਦਾ। ਇਸ ਲਈ ਸਭ ਤੋਂ ਪਹਿਲਾ ਕੰਮ ਇਹ ਹੈ ਕਿ ਆਪਣੀ ਸਾਰੀ ਜਾਣਕਾਰੀ ਦੁਬਾਰਾ ਚੈੱਕ ਕਰ ਲਓ ਤੇ ਜੇ ਕੁਝ ਗਲਤ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾ ਲਓ। ਹੁਣ ਗੱਲ ਕਰਦੇ ਹਾਂ ਕਿ ਤੁਹਾਡਾ ਕਾਰਡ ਹਾਲੇ ਬਣਿਆ ਨਹੀਂ ਤਾਂ ਉਹ ਕਿਵੇਂ ਬਣੇਗਾ, ਜਾਂ ਜੇ ਬਣਿਆ ਹੋਇਆ ਹੈ ਤੇ ਉਸ ਦੀ ਜਾਣਕਾਰੀ ਅਪਡੇਟ ਕਰਵਾਉਣੀ ਹੈ ਤਾਂ ਉਹ ਕਿੱਥੋਂ ਹੋਵੇਗੀ। ਇਸ ਦਾ ਸਭ ਤੋਂ ਆਸਾਨ ਤਰੀਕਾ ਹੈ ਆਪਣੇ ਨਜ਼ਦੀਕੀ CSC ਯਾਨੀ ਕਾਮਨ ਸਰਵਿਸ ਸੈਂਟਰ ਤੇ ਜਾਣਾ। ਉੱਥੇ ਤੁਸੀਂ ਆਪਣਾ ਆਧਾਰ ਕਾਰਡ, ਮੋਬਾਈਲ ਨੰਬਰ ਅਤੇ ਬੈਂਕ ਪਾਸਬੁੱਕ ਲੈ ਕੇ ਜਾਓ ਤਾਂ ਜੋ ਸਾਰੀ ਜਾਣਕਾਰੀ ਸਹੀ ਢੰਗ ਨਾਲ ਦਰਜ ਹੋ ਸਕੇ। ਜੇ ਤੁਸੀਂ ਖੁਦ ਵੀ ਘਰ ਬੈਠੇ ਇਹ ਕੰਮ ਕਰਨਾ ਚਾਹੁੰਦੇ ਹੋ ਤਾਂ e-shram.government.in ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਆਪਣਾ ਆਧਾਰ ਨੰਬਰ ਪਾ ਕੇ ਲੌਗਇਨ ਕਰ ਸਕਦੇ ਹੋ ਅਤੇ ਉੱਥੋਂ ਹੀ ਆਪਣੀ ਪ੍ਰੋਫਾਈਲ ਅਪਡੇਟ ਕਰ ਸਕਦੇ ਹੋ। ਧਿਆਨ ਰਹੇ ਕਿ ਇਹ ਸਾਰਾ ਕੰਮ ਬਿਲਕੁਲ ਮੁਫਤ ਹੁੰਦਾ ਹੈ, ਇਸ ਲਈ ਜੇ ਕੋਈ ਵਿਅਕਤੀ ਇਸ ਕੰਮ ਲਈ ਪੈਸੇ ਮੰਗੇ ਤਾਂ ਸਮਝ ਲਓ ਕਿ ਉਹ ਕੁਝ ਗੜਬੜ ਹੈ। ਬਹੁਤ ਸਾਰੇ ਲੋਕ ਹੁਣ ਇਹ ਵੀ ਪੁੱਛ ਰਹੇ ਨੇ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਪੈਨਸ਼ਨ ਜਾਂ ਸਿਹਤ ਬੀਮਾ ਵਰਗੀਆਂ ਸਹੂਲਤਾਂ ਨੂੰ ਈ-ਸ਼ਰਮ ਕਾਰਡ ਨਾਲ ਜੋੜਿਆ ਜਾ ਸਕਦਾ ਹੈ। ਪਰ ਜਿਸ ਤਰ੍ਹਾਂ ਸਰਕਾਰ ਸਾਰੇ ਰਿਕਾਰਡ ਇੱਕ ਦੂਜੇ ਨਾਲ ਜੋੜ ਰਹੀ ਹੈ, ਉੱਥੋਂ ਇਹ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਹੂਲਤਾਂ ਇਸ ਨਾਲ ਜੋੜੀਆਂ ਜਾ ਸਕਦੀਆਂ ਨੇ। ਇਸ ਲਈ ਜੇ ਤੁਸੀਂ ਅਸੰਗਠਿਤ ਖੇਤਰ ਵਿੱਚ ਕੰਮ ਕਰਦੇ ਹੋ ਤੇ ਅਜੇ ਤੱਕ ਈ-ਸ਼ਰਮ ਕਾਰਡ ਨਹੀਂ ਬਣਾਇਆ ਤਾਂ ਆਪਣੀ ਯੋਗਤਾ ਦੀ ਜਾਂਚ ਕਰਕੇ ਇਹ ਜ਼ਰੂਰ ਬਣਵਾ ਲਓ। ਹੁਣ ਇੱਕ ਬਹੁਤ ਜ਼ਰੂਰੀ ਗੱਲ ਹੈ, ਸੋਸ਼ਲ ਮੀਡੀਆ ਤੇ ਅਕਸਰ ਈ-ਸ਼ਰਮ ਕਾਰਡ ਦੇ ਨਾਮ ਤੇ ਹਰ ਮਹੀਨੇ ਪੱਕੇ ਪੈਸੇ ਮਿਲਦੇ ਨੇ ਜਾਂ ਹਰ ਕਿਸੇ ਨੂੰ ਨਗਦ ਰਕਮ ਮਿਲੇਗੀ ਵਰਗੀਆਂ ਝੂਠੀਆਂ ਖਬਰਾਂ ਫੈਲਾਈਆਂ ਜਾਂਦੀਆਂ ਰਹੀਆਂ ਹਨ। ਅਜਿਹੀਆਂ ਪੋਸਟਾਂ ਅਕਸਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਣਾਈਆਂ ਜਾਂਦੀਆਂ ਨੇ ਤਾਂ ਕਿ ਲੋਕ ਲਾਲਚ ਵਿੱਚ ਆ ਕੇ ਆਪਣੀ ਨਿੱਜੀ ਜਾਣਕਾਰੀ ਗਲਤ ਥਾਂ ਸਾਂਝੀ ਕਰ ਦੇਣ। ਇਸ ਤੋਂ ਇਲਾਵਾ ਕਈ ਵਾਰ ਲੋਕਾਂ ਨੂੰ ਅਣਜਾਣ ਨੰਬਰਾਂ ਤੋਂ ਕਾਲ ਜਾਂ WhatsApp ਮੈਸੇਜ ਆਉਂਦੇ ਨੇ ਜਿਸ ਵਿੱਚ ਤੁਹਾਡਾ ਈ-ਸ਼ਰਮ ਕਾਰਡ ਵੈਰੀਫਾਈ ਕਰਵਾਉਣ ਲਈ OTP ਦੱਸੋ ਜਾਂ ਲਿੰਕ ਤੇ ਕਲਿੱਕ ਕਰਕੇ ਆਪਣੀ ਜਾਣਕਾਰੀ ਭਰੋ ਵਰਗੀਆਂ ਗੱਲਾਂ ਕਹੀਆਂ ਜਾਂਦੀਆਂ ਨੇ। ਇਹ ਸਿੱਧਾ ਫਰਾਡ ਦਾ ਇੱਕ ਤਰੀਕਾ ਹੈ, ਇਸ ਲਈ ਕਦੇ ਵੀ ਆਪਣਾ OTP, ਆਧਾਰ ਨੰਬਰ ਜਾਂ ਬੈਂਕ ਡਿਟੇਲਸ ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝਾ ਬਿਲਕੁਲ ਨਾ ਕਰੋ। ਅਜਿਹੇ ਦਾਅਵਿਆਂ ਤੇ ਭਰੋਸਾ ਕਰਨ ਤੋਂ ਪਹਿਲਾਂ ਸਰਕਾਰ ਦੀ ਆਫੀਸ਼ੀਅਲ ਵੈਬਸਾਈਟ ਤੋਂ ਜਾਣਕਾਰੀ ਜ਼ਰੂਰ ਚੈੱਕ ਕਰੋ ਅਤੇ ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਾ ਕਰੋ ਕਿਉਂਕਿ ਹਰ ਵਾਇਰਲ ਖਬਰ ਸਹੀ ਨਹੀਂ ਹੁੰਦੀ। ਇਸ ਬਾਰੇ ਸਰਕਾਰ ਵੱਲੋਂ ਹਾਲੇ ਤੱਕ ਕੋਈ ਵੱਖਰੀ ਅਧਿਕਾਰਕ ਘੋਸ਼ਣਾ ਨਹੀਂ ਆਈ ਹੈ, ਇਸ ਲਈ ਕਿਸੇ ਵੀ ਵੱਡੇ ਫੈਸਲੇ ਜਾਂ ਦਾਅਵੇ ਤੇ ਯਕੀਨ ਕਰਨ ਤੋਂ ਪਹਿਲਾਂ ਥੋੜਾ ਧੀਰਜ ਰੱਖੋ ਅਤੇ ਸਹੀ ਤੇ ਪੁਸ਼ਟੀ ਹੋਈ ਜਾਣਕਾਰੀ ਦੀ ਉਡੀਕ ਕਰੋ। ਜੇ ਤੁਹਾਡੇ ਕੋਲ ਵੀ ਈ-ਸ਼ਰਮ ਕਾਰਡ ਹੈ ਤਾਂ ਆਪਣੀ ਸਾਰੀ ਜਾਣਕਾਰੀ ਸਹੀ ਤੇ ਅਪਡੇਟ ਰੱਖੋ ਅਤੇ ਸਮੇਂ-ਸਮੇਂ ਤੇ ਸਰਕਾਰੀ ਵੈਬਸਾਈਟ ਚੈੱਕ ਕਰਦੇ ਰਹੋ ਤਾਂ ਜੋ ਜਦੋਂ ਵੀ ਕੋਈ ਨਵੀਂ ਸਕੀਮ ਆਵੇ ਤੁਸੀਂ ਉਸ ਦਾ ਲਾਭ ਲੈਣ ਤੋਂ ਵਾਂਝੇ ਨਾ ਰਹੋ। ਤੁਹਾਡੇ ਮੁਤਾਬਕ ਈ-ਸ਼ਰਮ ਕਾਰਡ ਨੂੰ ਭਵਿੱਖ ਵਿੱਚ ਹੋਰ ਕਿਹੜੀਆਂ ਸਰਕਾਰੀ ਯੋਜਨਾਵਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ? ਕਮੈਂਟ ਕਰਕੇ ਸਾਨੂੰ ਆਪਣੇ ਵਿਚਾਰ ਜ਼ਰੂਰ ਦੱਸੋ। ਮੈਂ ਹਾਂ ਸੋਨੀਆ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਉਦੋਂ ਤੱਕ ਦੇਖਦੇ ਰਹੋ ਬੈਠਕ ਪੰਜਾਬ। ਧੰਨਵਾਦ।